ਕੁਆਰੇ ਪੁੱਤਰ ਨੂੰ ਜੁੱਤੀਆਂ ਮਾਰ ਕੇ ਘਰੋਂ ਮਾਂ ਨੇ ਤੇ ਵੱਡੇ ਭਰਾ ਨੇ ਕੱਢਿਆ। ਜਵਾਨ ਕਹਿੰਦਾ ਮੈਂ ਅੰਮਾ ਦੀ ਬੜੀ ਇੱਜ਼ਤ ਕਰਦਾ ਸਾਂ, ਕਹਿੰਦਾ ਜਿਹੜਾ ਕੰਮ ਕਹਿੰਦੇ ਸੀ ਮੈਂ ਫਟਾਫਟ ਕਰਦਾ ਸਾਂ, ਕਹਿੰਦਾ ਲੇਕਿਨ ਮੇਰੇ ਵੱਡੇ ਭਰਾ ਨੂੰ ਉਹਨਾਂ ਬਾਹਰ ਟੋਰ ਦਿੱਤਾ। ਕਹਿੰਦਾ ਜੂੰ ਹੀ ਉਹ ਬਾਹਰ ਗਿਆ, ਕਹਿੰਦਾ ਮੈਨੂੰ ਤੇ ਉਹਨੇ 1 ਰੁਪਈਆ ਨਹੀਂ ਟੋਰਿਆ। ਮੈਂ ਤੇ ਬੜਾ ਖੁਸ਼ ਸਾਂ ਕਿ ਚਲੋ ਬਾਹਰ ਗਿਆ, ਮੈਂ ਪਿੱਛੋਂ ਯੈਸ਼ੀ ਕਰਾਂਗਾ। ਕਹਿੰਦਾ ਮੈਂ ਯੈਸ਼ੀ ਕੀ ਕਰਨੀ ਸੀ, ਮੈਂ ਆਪੂ ਕਿਸੇ ਦੁਕਾਨ ਤੇ ਕੰਮ ਕਰਕੇ ਤੇ ਹਰਚਾ ਮਰਚਾ ਕਰਦਾ ਸਾਂ। ਅੰਮਾ ਨੂੰ ਆਂਦਾ ਕਿ ਇਹਨੂੰ ਕੋਈ ਸ਼ੈ ਨਾ ਦਿਓ, ਇਹਨੂੰ ਆਖੋ ਕੋਈ ਕੰਮ ਸਿਖੇ। ਕਹਿੰਦਾ ਮੈਂ ਕੰਮ ਵੀ ਸਿੱਖਦਾ ਰਿਹਾ, ਫਿਰ ਵੀ ਮੇਰੇ ਨਾਲ ਕੋਈ ਨਾ ਕੋਈ ਮਸਲਾ ਇਹਨਾਂ ਨੂੰ ਬਣਿਆ ਰਹਿੰਦਾ। ਕਹਿੰਦਾ 2-2.5 ਸਾਲਾਂ ਬਾਅਦ ਇਹਦੇ ਪੇਪਰ ਬਣ ਗਏ ਤੇ ਵਾਪਸ ਆਇਆ ਤੇ ਇਹਦੀ ਸ਼ਾਦੀ ਕੀਤੀ ਉਹਨੇ। ਕਹਿੰਦਾ ਸ਼ਾਦੀ ਤੇ ਸਾਰੇ ਇੰਤਜ਼ਾਮਾਤ ਮੈਂ ਕੀਤੇ, ਮੇਰੇ ਯਾਰ ਦੋਸਤ ਅੱਗੇ ਪਿੱਛੇ ਹੋਏ ਸੀ। ਕਹਿੰਦਾ ਅਸੀਂ ਚੰਗੀ ਭਲੀ ਧੂਮ ਮਚਾਈ ਸੀ, ਸਾਰਿਆਂ ਨੂੰ ਪਤਾ ਕਿ ਇਹਦੇ ਭਰਾ ਦੀ ਸ਼ਾਦੀ ਹੈ। ਕਹਿੰਦਾ ਜਿਉਂ ਹੀ ਸ਼ਾਦੀ ਹੋਈ ਆ, ਭਾਬੀ ਵੀ ਇਸ ਤਰ੍ਹਾਂ ਦੀ ਲੱਭੀ, ਹਰ ਮੇਰੀ ਗੱਲ 'ਚ ਜਿਹੜਾ ਉਹ ਕੀੜੇ ਕੱਢਦੀ ਸੀ। ਅੰਮਾਰੀ ਵੀ ਉਹਦੀ ਗੱਲ ਸੁਣਦੇ ਸੀ ਕਿ ਵਾਕਈ ਮੈਂ ਜਿਹੜਾ ਖਰਾਬ ਆ। ਕਹਿੰਦਾ ਖਰਾਬ ਕੇਸ ਆਪਣੇ ਯਾਰਾਂ ਦੋਸਤਾਂ ਕੋਲ ਬਹਿੰਦਾ ਸਾਂ, ਮੈਨੂੰ ਤੇ ਕੋਈ ਖਰਚਾ ਨਹੀਂ ਸੀ ਦਿੰਦਾ, ਮੈਂ ਦੁਕਾਨ ਤੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਸਾਂ। ਕਹਿੰਦਾ ਭਾਈ ਮੇਰਾ ਘਰ ਆਇਆ ਸੀ ਤੇ ਮੈਂ ਆਖਿਆ ਭਾਈ ਨੂੰ ਕਿ ਮੰਮੀ ਜਿਹੜਾ ਬਾਹਰ ਜਾਣਾ ਮੈਨੂੰ ਵੀ ਬਾਹਰ ਲੈ ਜਾਓ। ਕਹਿੰਦਾ ਬਾਹਰ ਜਾਣਾ ਸੌਖ ਹੈ, 20-25 ਲੱਖ ਰੁਪਈਆ ਹੋਵੇ ਤੇ ਤਾਂ ਬੰਦਾ ਬਾਹਰ ਜਾਂਦਾ। ਕਹਿੰਦਾ ਭਾਈ ਮੈਨੂੰ ਨਹੀਂ ਪਤਾ, ਤੁਹਾਨੂੰ ਵੀ ਤੇ ਅੰਮਾਰਾ ਬਾਹਰ ਟੋਰਿਆ ਸੀ, ਤੁਸੀਂ ਮੈਨੂੰ ਬਾਹਰ ਲੈ ਜਾਓ। ਕਹਿੰਦਾ ਅੱਗੋਂ ਮੈਨੂੰ ਮਾਰਨਾ ਸ਼ੁਰੂ ਹੋ ਗਿਆ, ਤੂੰ ਅੱਗੋਂ ਗੱਲਾਂ ਕਰਨੇ, ਇੱਥੇ ਕੋਈ ਕੰਮ ਕਰ, ਕੋਈ ਇੱਥੇ ਬਾਹਰ ਦੁਕਾਨ ਤੇ ਸਿੱਖ ਕੰਮ, ਕੋਈ ਮਕੈਨਿਕੀ ਦਾ ਸਿੱਖ ਲੈ, ਇੱਥੇ ਕੋਈ ਗਰਾਜ ਬਣਾ ਲੈ, ਬਾਹਰ ਕਿਹੜਾ ਸੌਖਾ ਜਾਣਾ। ਕਹਿੰਦਾ ਅੰਮਾਰਾ ਵੀ ਅੱਗੇ ਹੋ ਕੇ ਛਡਾਇਆ ਛੁਡਾਇਆ ਕੋਨਾ। ਕਹਿੰਦਾ ਮੈਂ ਗੱਲਾਂ ਕਾਫੀ ਕੀਤੀਆਂ ਅੱਗੋਂ, ਲੇਕਿਨ ਅੰਮਾਰੀ ਕਹਿੰਦੇ ਨੇ ਪੁੱਤਰ ਤੂੰ ਬਦਤਮੀਜ਼ੀ ਪਿਆ ਕਰਨੇ ਵੱਡੇ ਭਰਾ ਨਾਲ। ਕਹਿੰਦਾ ਜ਼ਾਹਿਰੀ ਗੱਲ ਹੈ, ਵੱਡਾ ਭਰਾ ਜਿਹੜਾ ਘਰ ਪੈਸੇ ਦਿੰਦਾ, ਕਹਿੰਦਾ ਜ਼ਨਾਨੀ ਵੀ ਇਸ ਤਰ੍ਹਾਂ ਦੀ ਸੀ। ਕਹਿੰਦਾ ਪਰ ਮੈਂ ਰੁੱਸ ਕੇ ਘਰੋਂ ਜਿਹੜਾ ਨਾ ਬਾਹਰ ਟੁਰ ਗਿਆ। ਕਹਿੰਦਾ 1-2 ਦਿਨ ਮੈਂ ਬਾਹਰ ਰਹਿ ਕੇ ਜਿਸਲੇ ਵਾਪਸ ਆਇਆ ਫਿਰ ਵੀ ਨਾ ਅੰਮਾ ਨੇ ਪੁੱਛਿਆ ਨਾ ਵੱਡੇ ਭਰਾ ਨੇ ਪੁੱਛਿਆ ਕਿ ਤੂੰ ਇਸ ਤਰ੍ਹਾਂ ਬਾਹਰ ਰਹਿ ਕੇ, ਨਾ ਹੀ ਕਿਸੇ ਨੇ ਮੇਰਾ ਬਾਹਰ ਗਿਆ ਜਾ ਕੇ ਪਤਾ ਕੀਤਾ ਕਿ 2 ਦਿਹਾੜੇ ਹੋ ਗਏ ਨੇ ਘਰ ਨਹੀਂ ਆਇਆ। ਕਹਿੰਦਾ ਪਰ ਮੈਂ ਜਿਸਲੇ ਘਰ ਆਇਆ ਮੈਂ ਆ ਕੇ ਅੰਮਾ ਕੋਲ ਬਹਿ ਕੇ ਰੋਣ ਲੱਗ ਪਿਆ। ਮੈਂ ਕਿਹਾ ਅੰਮਾ ਜੀ ਇਹ ਕੋਈ ਚੰਗੀ ਗੱਲ ਥੋੜੀ ਹੈ ਕਿ ਤੁਸੀਂ ਜਿਹੜਾ ਮੇਰਾ ਬਿਲਕੁਲ ਸਾਥ ਨਹੀਂ ਦਿੱਤਾ, ਤੁਹਾਡਾ ਪੁੱਤਰ ਬਾਹਰ ਟੁਰ ਗਿਆ, ਤੁਸੀਂ ਉਹਦਾ ਨਹੀਂ ਪੁੱਤਰ ਤੂੰ ਅੱਗੇ ਹੀ ਖਰਾਬ ਹੈ, ਇੱਥੇ ਵੀ ਤੂੰ ਕਿਹੜਾ ਕੋਈ ਕੰਮ ਕਰਨੇ, ਨਾ ਕੋਈ ਤੇਰੇ ਕੋਲ ਕੋਈ ਪੈਸੇ ਕਮਾਉਣ ਦਾ ਜ਼ਰੀਆ ਹੈ, ਭਰਾ ਹੀ ਜਿਹੜਾ ਘਰ ਕਮਾਉਂਦਾ ਇਹ ਹੀ ਸਾਨੂੰ ਦਿੰਦਾ ਤੇ ਅਸੀਂ ਗੁਜ਼ਾਰਾ ਕਰਨੇ ਆ। ਕਹਿੰਦਾ ਮੈਂ ਕਿਹਾ ਅੰਮਾ ਜੀ ਟੋਰਾ ਤੇ ਸਹੀ ਵਾਰੀ ਮੈਨੂੰ ਬਾਹਰ ਫਿਰ ਤੁਸੀਂ ਤੱਕਿਓ ਮੈਂ ਤੁਹਾਨੂੰ ਕਿੰਨੇ ਪੈਸੇ ਕਮਾ ਕੇ ਦੇਣਾ। ਕਹਿੰਦਾ ਅੱਗੋਂ ਭਰਾ ਮੇਰਾ ਜਿਹੜਾ ਉੱਠ ਕੇ ਮੈਨੂੰ ਪਵੇ ਗੱਲਾਂ ਕਰੇ। ਕਹਿੰਦਾ ਸੋਟੀ ਲੈ ਕੇ ਉਹਨੇ ਫਿਰ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਕਹਿੰਦਾ ਕਿ ਤੂੰ ਘਰੋਂ ਦਫਾ ਹੋ ਜਾ, ਬਿਲਕੁਲ ਇਸ ਘਰ ਤੂੰ ਰਹਿ ਨਹੀਂ ਸਕਦਾ। ਕਹਿੰਦਾ ਹਾਲਾਂਕਿ ਮੇਰੀ ਅੰਮਾ ਦਾ ਘਰ ਸੀ, ਮੈਂ ਆਖਿਆ ਮੇਰੀ ਅੰਮਾ ਦਾ ਘਰ ਹੈ। ਕਹਿੰਦਾ ਅੱਗੋਂ ਅੰਮਾ ਵੀ ਕਹਿੰਦੀ ਹੈ ਕਿ ਪੁੱਤਰ ਵਾਕਈ ਤੇਰਾ ਭਰਾ ਸਹੀ ਪਿਆ ਹੁੰਦਾ, ਤੇਰੇ ਵਾਸਤੇ ਇਸ ਘਰ 'ਚ ਕੋਈ ਜਗ੍ਹਾ ਨਹੀਂ ਹੈ। ਕਹਿੰਦਾ ਮੈਂ ਰੋਇਆ ਚੰਗਾ ਭਲਾ। ਮੈਂ ਕਿਹਾ ਅੰਮਾ ਜੀ ਨਾ ਮੇਰਾ ਤੁਸੀਂ ਵਿਆਹ ਕੀਤਾ, ਨਾ ਮੇਰੇ ਕੋਲ ਕੋਈ ਸ਼ੈ, ਤੁਸੀਂ ਆਂਦੇ ਇੱਥੋਂ ਨਿਕਲ ਜਾ, ਨਾ ਤੂੰ ਵਾਪਸ ਨਾ ਆਵੀਂ, ਇੱਥੋਂ ਦਫਾ ਹੋ ਜਾ। ਕਹਿੰਦਾ ਮੈਂ ਰੋਂਦਾ ਰੋਂਦਾ ਬਾਹਰ ਨਿਕਲ ਆਇਆ। ਕਹਿੰਦਾ ਜਿਉਂ ਹੀ ਬਾਹਰ ਆਇਆ ਆ ਕੇ ਆਪਣਾ ਇੱਕ ਯਾਰ ਦੋਸਤ ਹੈ ਉਹਦੇ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਯਾਰ ਮੇਰੇ ਨਾਲ ਤੇ ਬੜੀ ਜ਼ਿਆਦਤੀ ਹੋ ਗਈ ਹੈ, ਨਾ ਮੇਰੀ ਅੰਮਾ ਸਾਥ ਪੀ ਦਿੰਦੀ ਹੈ ਨਾ ਮੇਰਾ ਭਰਾ। ਕਹਿੰਦਾ ਯਾਰ ਮੇਰਾ ਕਹਿੰਦਾ ਕੋਨਾ ਫਿਕਰ ਕਰ, ਤੂੰ ਇੱਥੇ ਮੇਰੀ ਬੈਠਕ 'ਚ ਲੰਮਾ ਪੈ ਜਾ ਕੇ ਸੁਬਾਹ ਹਾਲਾਂ ਨਾਲ ਗੱਲ ਕਰਾਂਗੇ, ਹੋ ਸਕਦਾ ਤੇਰੀ ਗੱਲ ਸੁਣ ਲੈਣ। ਕਹਿੰਦਾ ਮੈਂ ਉੱਥੇ ਲੰਮਾ ਪੈ ਗਿਆ, ਉਹਨੇ ਮੈਨੂੰ ਨਾਸ਼ਤਾ ਵਗੈਰਾ ਸੁਬਾਹ ਕਰਾਇਆ। ਕਹਿੰਦਾ ਸੁਬਾਹ ਜਿਸਲੇ ਮੇਰੇ ਨਾਲ ਸਾਡੇ ਘਰ ਆਇਆ ਭਰਾ ਮੇਰਾ, ਕਹਿੰਦਾ ਤੂੰ ਫੇਰ ਆ ਗਏ, ਤੈਨੂੰ ਇੱਕ ਵਾਰੀ ਆਖਿਆ ਘਰੋਂ ਦਫਾ ਹੋ ਜਾ। ਕਹਿੰਦਾ ਅੱਗੋਂ ਅੰਮਾ ਵੀ ਜਿਹੜਾ ਉਹਦੇ ਨਾਲ ਰਲੇ ਉਹਨੇ ਵਾਕਈ ਆਂਦੇ ਪੇ ਪੁੱਤਰ ਹੁਣ ਦੁਬਾਰਾ ਤੂੰ ਇਸ ਘਰ ਨਾ ਵੜੀ। ਕਹਿੰਦਾ ਮੈਂ ਵੀ ਬੜਾ ਗੁੱਸੇ 'ਚ ਆ ਗਿਆ। ਕਹਿੰਦਾ ਮੈਂ ਕਿਹਾ ਠੀਕ ਹੈ ਹੁਣ ਨਹੀਂ ਮੈਂ ਇਸ ਘਰ ਆਉਂਦਾ। ਕਹਿੰਦਾ ਯਾਰ ਮੇਰੇ ਨੂੰ ਮੈਂ ਆਖਿਆ ਕਿ ਯਾਰ ਮੇਰੀ ਮਦਦ ਕਰ, ਮੈਂ ਕਿਸੇ ਪਾਸੇ ਜਾਣਾ ਚਾਹੁੰਦਾ, ਮੈਂ ਇਸ ਘਰ 'ਚ ਨਹੀਂ ਰਹਿ ਸਕਦਾ। ਇਹ ਭਰਾ ਮੇਰਾ ਜਿਹੜਾ ਨਾ ਆਪਣੀ ਜਨਾਨੀ ਦੀ ਸੁਣਦਾ ਤੇ ਅੰਮਾ ਵੀ ਅੱਗੋਂ ਇਹਦੀ ਸੁਣਦੇ ਰਹੇ ਕਿਉਂਕਿ ਇਹ ਪੈਸੇ ਦਿੰਦਾ। ਕਹਿੰਦਾ ਯਾਰ ਮੇਰਾ ਕਹਿੰਦਾ ਦੱਸ ਮੈਂ ਕੀ ਕਰਾਂ। ਉਹਨੇ ਯਾਰ ਇੱਥੋਂ ਮੈਂ ਕਿਧਰੇ ਜਾਣਾ, ਤੂੰ ਮੇਰੀ ਮਦਦ ਕਰ। ਕਹਿੰਦਾ ਗੱਲ ਸੁਣ ਮੇਰਾ ਅਸਰਾ ਰਿਸ਼ਤੇਦਾਰ ਹੁੰਦਾ ਲਾਹੌਰ, ਤੂੰ ਅਗਰ ਜਾਣਾ ਤੇ ਉੱਥੇ ਟੁਰ ਜਾ। ਕਹਿੰਦਾ ਠੀਕ ਹੈ ਯਾਰ ਤੂੰ ਉਹਦਾ ਪਤਾ ਦੇ, ਨਾਲੇ ਉਹਦੇ ਨਾਲ ਗੱਲ ਕਰ ਤੇ ਮੈਂ ਉੱਥੇ ਲਾਹੌਰ ਟੁਰ ਜਾਣਾ। ਕਹਿੰਦਾ ਮੈਨੂੰ ਉਹਨੇ ਪਤਾ ਦਿੱਤਾ, ਗੱਲ ਕੀਤੀ, ਕਹਿੰਦਾ ਮੈਂ ਉੱਥੇ ਲਾਹੌਰ ਟੁਰ ਗਿਆ। ਕਹਿੰਦਾ ਉਹ ਕਰਦਾ ਸੀ ਚਾਟ ਦਾ ਕੰਮ, ਕਹਿੰਦਾ ਉਹਨੇ ਚਾਟ ਦਾ ਖੋਖਾ ਲਾਇਆ ਸੀ ਮੈਨੂੰ। ਉਹ ਕਹਿੰਦਾ ਠੀਕ ਹੈ ਤੂੰ ਆ ਜਾ। ਕਹਿੰਦਾ 6000 ਰੁਪਈਆ ਉਹਨੇ ਮੈਨੂੰ ਆਖਿਆ ਕਿ ਤੈਨੂੰ 6000 ਮਹੀਨੇ ਦਾ ਦਿਆਂ ਕਰਾਂਗਾ। ਕਹਿੰਦਾ ਜਿਹੜੀਆਂ ਚਾਟਾਂ ਦੀਆਂ ਪਲੇਟਾਂ ਹੁੰਦੀਆਂ ਸੀ ਉਹ ਮੈਂ ਧੋਣੀਆਂ ਹੁੰਦੀਆਂ ਸੀ। ਕਹਿੰਦਾ ਅੱਗੇ ਪਿੱਛੇ ਫਿਰ ਕੇ ਮੈਂ ਚਾਟ ਦੇ ਕੇ ਆਉਂਦਾ ਸਾਂ। ਕਹਿੰਦਾ ਇਸੇ ਤਰ੍ਹਾਂ ਮੈਂ ਕੰਮ ਚੱਲਣ ਲੱਗ ਪਿਆ। ਕਹਿੰਦਾ ਮੈਂ ਬੜੀ ਦੇਰ ਕੰਮ ਕਰਦਾ ਸਾਂ। ਕਹਿੰਦਾ ਕੋਈ ਬੰਦਾ ਐਸੀ ਕੋਈ 10 ਰੁਪਏ 20 ਰੁਪਏ ਦੇ ਦਿੰਦਾ ਮੈਨੂੰ ਟਿਪ, ਹੋਰ ਮੇਰਾ ਕੋਈ ਹਾਲ ਨਹੀਂ ਸੀ। ਕਹਿੰਦਾ 6 ਮਹੀਨੇ ਮੈਂ ਕੰਮ ਕੀਤਾ, 6 ਮਹੀਨੇ ਬਾਅਦ ਸੇ ਮੇਰਾ ਯਾਰ ਉੱਥੇ ਆਇਆ। ਕਹਿੰਦਾ ਤੂੰ ਚੱਲ ਮੇਰੇ ਨਾਲ ਵਾਪਸ ਜਾ ਕੇ ਅੰਮਾ ਨਾਲ ਗੱਲ ਕਰ, ਤੇਰਾ ਭਰਾ ਤੇ ਅੱਗੇ ਟੁਰ ਗਿਆ, ਹੋ ਸਕਦਾ ਤੇਰੀ ਅੰਮਾ ਤੇਰੀ ਗੱਲ ਸੁਣ ਲਵੇ। ਕਹਿੰਦਾ ਮੈਂ ਕਿਹਾ ਨਹੀਂ ਉਹਨਾਂ ਮੇਰੀ ਕੋਈ ਨਹੀਂ ਗੱਲ ਸੁਣਨੀ। ਕਹਿੰਦਾ ਨਹੀਂ ਤੂੰ ਯਾਰ ਮੇਰੇ ਨਾਲ ਚੱਲ ਤੇ ਸਹੀ। ਕਹਿੰਦਾ ਮੈਂ ਫਿਰ ਜਿਸ ਵੇਲੇ ਉਹਦੀ ਗੱਲ ਸੁਣ ਕੇ ਫਿਰ ਵਾਪਸ ਘਰ ਆਇਆ। ਕਹਿੰਦਾ ਘਰ ਵੜਿਆ ਤੇ ਅੱਗੋਂ ਅੰਮਾ ਦੀ ਤੱਕ ਕੇ ਮੈਨੂੰ ਜਿਹੜਾ ਬਜਾਏ ਗਲੇ ਲਾਣ ਮੈਨੂੰ ਗੁੱਸਾ ਹੋਣ ਲੱਗ ਪਏ, ਤੂੰ ਫਿਰ ਆ ਗਏ ਬਗੈਰਤਾ ਜਿਹਾ, ਤੈਨੂੰ ਇੱਕ ਵਾਰੀ ਜਾ ਕੇ ਤੂੰ ਦਫਾ ਹੋ ਜਾ ਕੇ ਆਪਣਾ ਕੋਈ ਕੰਮ ਕਾਜ ਕਰ, ਸਾਡੇ ਵੱਲ ਤੂੰ ਮਰ ਗਏ। ਕਹਿੰਦਾ ਇਤਨੀ ਦੇਰ ਨੂੰ ਭਰਾ ਨੂੰ ਜਿਹੜਾ ਜਨਾਨੀ ਉਹਦੀ ਨੇ ਕਾਲ ਮਿਲਾਈ। ਕਹਿੰਦਾ ਕਾਲ ਮਿਲਾ ਕੇ ਉਹ ਵੀ ਅੱਗੋਂ ਗੁੱਸੇ ਹੋਣ ਲੱਗ ਪਿਆ, ਤੂੰ ਇੱਥੇ ਕੀ ਲੈਣਾ ਹੈ, ਇਸ ਘਰ 'ਚ ਤੇਰੀ ਕੋਈ ਜਗ੍ਹਾ ਨਹੀਂ ਹੈ, ਤੂੰ ਦਫਾ ਹੋ ਜਾ।
ਕਹਿੰਦਾ ਆਗੂ ਇਹ ਸੁਣ ਕੇ ਕਹਿੰਦਾ ਯਾਰ ਮੇਰਾ ਨਾਲ ਹੀ ਖਲੋਤਿਆ, ਉਹਨੇ ਵੀ ਆਖਿਆ ਹਾਲਾ ਜੀ ਇਸ ਤਰ੍ਹਾਂ ਤਾਂ ਨਾ ਕਰੋ, ਇਤਨੀ ਉੱਥੇ ਮਿਹਨਤ ਕਰਦਾ ਪਿਆ, ਇਹਨੂੰ ਕਮ ਸੇ ਕਮ ਬਾਹਰ ਹੀ ਕੱਢ ਦਿਓ। ਕਹਿੰਦਾ ਸਾਰਾ ਵਿਗਾੜਨ 'ਚ ਤੇਰਾ ਹੱਥ ਹੈ। ਕਹਿੰਦਾ ਮੇਰੇ ਯਾਰ ਨਾਲ ਵੀ ਲਾਪੇ, ਕਹਿੰਦਾ ਚੰਗੀ ਭਲੀ ਬੇਇੱਜ਼ਤੀ ਕਰਕੇ ਨਾ ਉਹਨਾਂ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਕੇ ਤੇ ਕਹਿੰਦਾ ਦਰਵਾਜ਼ਾ ਬੰਦ ਕਰ ਦਿੱਤਾ। ਕਹਿੰਦਾ ਯਾਰ ਮੇਰਾ ਆਂਦਾ ਕਿ ਹੁਣ ਤੇਰੀ ਇੱਥੇ ਕੋਈ ਜਗ੍ਹਾ ਨਹੀਂ ਹੋਇਆ, ਹੁਣ ਤੂੰ ਪਿਛਾ ਨਾ ਆਵੀਂ, ਬਿਹਤਰ ਇਹ ਹੀ ਹੈ। ਜੇ ਕਿ ਉਹਨਾਂ ਨੇ ਤੇਰੇ ਵਾਸਤੇ ਕੋਈ ਅਹਿਸਾਸ ਰੱਖਣਾ ਹੁੰਦਾ ਨਾ ਤੇ ਹੁਣ ਤੱਕ ਤੇਰੇ ਵਾਸਤੇ ਅਹਿਸਾਸ ਹੁੰਦਾ। 6 ਮਹੀਨੇ ਤੂੰ ਰਹਿ ਕੇ ਉਹਨਾਂ ਨੂੰ ਜ਼ਰਾ ਮਾਸਾ ਵੀ ਤੇਰੀ ਫਿਕਰ ਕੋਈ ਨਹੀਂ ਹੈ। ਕਹਿੰਦਾ ਮੈਂ ਕਿਹਾ ਠੀਕ ਹੈ, ਹੁਣ ਆਪਣੀ ਸਾਰੀ ਜ਼ਿੰਦਗੀ ਜਿਹੜਾ ਨਾ ਇਸ ਘਰ 'ਚ ਮੈਂ ਵਾਪਸ ਨਹੀਂ ਆਉਣਾ। ਕਹਿੰਦਾ ਮੈਂ ਜਿਹੜਾ ਉੱਥੋਂ ਜਾ ਕੇ ਉੱਥੇ ਖੋਖੇ ਤੇ ਕੰਮ ਕਰਨਾ ਸ਼ੁਰੂ ਹੋ ਗਿਆ। ਕਹਿੰਦਾ ਸਿਰ ਸੱਟ ਕੇ ਲੱਗਿਆ, ਕਹਿੰਦਾ ਮੈਂ ਮਰ ਜਾਵਾਂਗਾ ਲੇਕਿਨ ਤੂੰ ਛੱਡਣਾ ਨਹੀਂ। ਕਹਿੰਦਾ ਉਹ ਵੀ ਅੱਗੋਂ 15 16 ਘੰਟੇ ਕੰਮ ਲੈਂਦਾ ਸੀ, ਲੇਕਿਨ ਕਹਿੰਦਾ ਮੈਂ ਵੀ ਕੀ ਕਰਦਾ, ਹੋਰ ਮੈਨੂੰ ਕੋਈ ਰਾਹ ਨਹੀਂ ਸੀ ਨਜ਼ਰ ਆਉਂਦਾ। ਕਹਿੰਦਾ ਪਰ ਮੈਂ ਜੋ ਕੰਮ ਕਰਦਾ ਰਿਹਾ। ਕਹਿੰਦਾ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਜਿਹੜਾ ਚਾਟ ਵਾਲਾ ਉਹਦੀ ਕਿਸੇ ਨਾਲ ਗੱਲ ਹੋਈ ਸੀ, ਉਹਨੂੰ ਆਖਿਆ ਸੀ ਬੰਦੇ ਨੇ ਕਿ ਤੈਨੂੰ ਇਟਲੀ ਲੈ ਜਾਵਾਂਗਾ। ਕਹਿੰਦਾ ਉਹਦੀ ਗੱਲ ਮੈਨੂੰ ਕਹਿੰਦਾ ਕਿ ਖੋਖਾ ਤੂੰ ਰੱਖ ਲੈ, ਇਹਦਾ 3 ਲੱਖ ਰੁਪਈਆ ਇਹ ਤੂੰ ਮੈਨੂੰ ਦੇ ਦੀ ਆਸਤਾ ਆਸਤਾ ਕਰਕੇ ਤੇ ਮੈਂ ਜਿਹੜਾ ਇਟਲੀ ਚੱਲਾਂ। ਕਹਿੰਦਾ ਮੈਂ ਕਿਹਾ ਠੀਕ ਹੈ। ਕਹਿੰਦਾ ਮੈਨੂੰ ਅੱਗੇ ਹੀ ਸਾਰੇ ਕੰਮ ਦਾ ਪਤਾ ਸੀ ਕਿ ਕਿਸ ਤਰ੍ਹਾਂ ਕੰਮ ਚਲਾਉਣਾ ਹੈ। ਕਹਿੰਦਾ ਜੂੰ ਹੀ ਉਹ ਗਿਆ ਮੈਂ ਥੋੜਾ ਕੰਮ ਵਧਾ ਲਿਆ। ਕਹਿੰਦਾ ਜੂੰ ਹੀ ਜਿਹੜੀ ਸੇਲ ਹੁੰਦੀ ਸੀ ਕਹਿੰਦਾ ਨਾਲ ਨਾਲ ਮੈਂ ਚੀਜ਼ਾਂ ਰੱਖਦਾ ਗਿਆ, ਉਹ ਆਸਤਾ ਆਸਤਾ ਇਜ਼ਾਫਾ ਕਰਦਾ ਰਿਹਾ, ਬਾਕਰਖਾਨੀਆਂ ਵਗੈਰਾ ਹੋਰ ਚੀਜ਼ਾਂ ਜਿਹੜੀਆਂ ਨੇ ਕਹਿੰਦਾ ਮੇਰੀ ਜਿਹੜੀ ਸੇਲ ਹੈ ਕਾਫੀ ਜ਼ਿਆਦਾ ਹੋ ਗਈ ਸੀ। ਕਹਿੰਦਾ 1 ਸਾਲ 'ਚ ਜਿਹੜਾ ਨਾ ਮੈਂ ਨਾਲ ਵਾਲੀ ਜਿਹੜੀ ਦੁਕਾਨ ਹੈ ਉਹਦੇ 'ਚ ਵੀ ਸਮਾਨ ਰੱਖ ਲਿਆ ਸੀ, ਉੱਥੇ ਮੋੜਾ ਬਿਠਾ ਦਿੱਤੀਆਂ ਸੀ ਤੇ ਆਪੂ ਚਾਟ ਵਾਲੇ ਖੋਖੇ ਤੇ ਖਲੋਤਾ ਰਹਿੰਦਾ ਸਾਂ। ਕਹਿੰਦਾ ਇਸ ਤਰ੍ਹਾਂ ਕੰਮ ਚੱਲਦਾ ਰਿਹਾ। ਕਹਿੰਦਾ ਮੈਨੂੰ ਮੇਰੇ ਯਾਰ ਨੇ ਆ ਕੇ ਦੱਸਿਆ ਤੈਨੂੰ ਕੋਈ ਪਤਾ ਲੱਗਿਆ? ਕਹਿੰਦਾ ਮੈਂ ਕਿਹਾ ਕਿ ਕਹਿੰਦਾ ਤੇਰਾ ਜਿਹੜਾ ਭਰਾ ਹੈ ਉਹ ਆਪਣੀ ਜ਼ਨਾਨੀ ਨੂੰ ਬਾਹਰ ਲੈ ਗਏ ਹੈ। ਕਹਿੰਦਾ ਮੈਂ ਕਿਹਾ ਚਲੋ ਮੈਨੂੰ ਕੀ ਲੱਗੇ, ਮੇਰੇ ਵੱਲ ਭਾਵੇਂ ਜਿਹਨੂੰ ਮਰਜ਼ੀ ਆ, ਤੇਰੀ ਅੰਮਾ ਉੱਥੇ ਕੱਲੀ ਰਹਿ ਗਈ ਹੈ। ਕਹਿੰਦਾ ਮੈਂ ਕਿਹਾ ਕੱਲੀ ਰਹਿ ਗਈ ਅੰਮਾ ਨੇ ਫੇਰ ਵੀ ਕਿਹੜਾ ਮੈਨੂੰ ਕੋਈ ਯਾਦ ਕਰਨਾ ਜਾਂ ਕੋਈ ਮੇਰੇ ਬਾਰੇ 'ਚ ਉਹ ਸੋਚਦੀ ਹੋਣੀ ਹੈ, ਉਹਨੇ ਆਪੂ ਆਖਿਆ ਸੀ ਕਿ ਇੱਥੋਂ ਦਫਾ ਹੋ ਜਾ। ਕਹਿੰਦਾ ਬਹਰਹਾਲ ਮੈਂ ਜਿਹੜਾ ਉੱਥੇ ਆਪਣਾ ਕੰਮ ਸ਼ੁਰੂ ਉਸੇ ਦਾ ਜਾਰੀ ਰੱਖਿਆ। ਕਹਿੰਦਾ ਭਰਾ ਤੇ ਲੈ ਗਿਆ ਕੁਝ 6 ਮਹੀਨੇ ਸਾਲ ਜਿਹੜਾ ਨਾ ਅੰਮਾ ਨੂੰ ਹਰਚਾ ਸ਼ਰਚਾ ਟੋਰਦਾ ਰਿਹਾ ਤੇ ਉਸ ਦਾ ਸਿਲਸਿਲਾ ਜਿਹੜਾ ਚੱਲਦਾ ਰਿਹਾ। ਕਹਿੰਦਾ ਜਿਸਲੇ ਸਾਲ ਸਾਰਾ ਮੁੱਕ ਗਿਆ ਤੇ ਅੰਮਾ ਮੇਰੀ ਜਿਹੜੀ ਹੈ ਆਣੀਆਂ ਗੁਆਂਢੀਆਂ ਕੋਲ ਜਾ ਕੇ ਬਹਿੰਦੀ ਸੀ ਕਿ ਪੁੱਤਰ ਮੇਰਾ ਹੁਣ ਹਰਚਾ ਕੋਈ ਨਹੀਂ ਟੋਰਦਾ ਪਿਆ। ਉਹ ਆਂਦਾ ਕਿ ਜਨਾਨੀ ਮੈਂ ਉੱਥੇ ਖੜੀ ਹੈ, ਬੜੀ ਮੁਸ਼ਕਿਲ ਨਾਲ ਮੇਰਾ ਗੁਜ਼ਾਰਾ ਹੁੰਦਾ ਹੈ, ਇਸ ਵਾਸਤੇ ਮੈਂ ਕੁਝ ਵੀ ਨਹੀਂ ਕਰ ਸਕਦਾ। ਕਹਿੰਦਾ ਅੱਗੋਂ ਅੰਮਾ ਰੋਂਦੀ ਸੀ, ਉਹਨਾਂ ਅੱਗੇ ਜਾ ਕੇ ਕਹਿੰਦਾ ਯਾਰ ਮੇਰਾ ਮੈਨੂੰ ਆ ਕੇ ਦੱਸਦਾ ਕਿ ਤੇਰੀ ਅੰਮਾ ਬੜੀ ਮੁਸ਼ਕਿਲ 'ਚ ਹੈ, ਉਹਦੇ ਕੋਲ ਤੇ ਦਵਾਈ ਵਾਸਤੇ ਪੈਸੇ ਵੀ ਨਹੀਂ ਸੀ, ਜਿਹੜਾ ਜ਼ੇਵਰ ਸ਼ੇਵਰ ਹੈ ਸੀ ਉਹ ਤੇਰਾ ਭਰਾ ਜਿਹੜਾ ਵੇਚ ਕੇ ਤੇ ਆਪਣੀ ਜਨਾਨੀ ਉੱਥੇ ਲੈ ਗਿਆ। ਅੰਮਾ ਤੇਰੀ ਕੋਲ ਕੋਈ ਸ਼ੈ ਨਹੀਂ, ਹਾਲੀ ਮਕਾਨ ਹੀ ਮਕਾਨ ਹੈ ਹੀ, ਉਹ ਵੀ ਪਤਾ ਨਹੀਂ ਉਹ ਵੇਚ ਗਿਆ ਜਾਂ ਕੀ ਹਿਸਾਬ ਹੈ, ਬੜੀ ਪਰੇਸ਼ਾਨ ਹੈ ਤੇਰੇ। ਆਂਦਾ ਯਾਰ ਮੈਂ ਹੁਣ ਕੀ ਕਰ ਸਕਣਾ, ਜੇ ਮੇਰੀ ਅੰਮਾ ਕਿਰੇ ਮੈਨੂੰ ਯਾਦ ਕਰੇਗੀ ਤੇ ਮੈਂ ਜ਼ਰੂਰ ਟੁਰ ਜਾਵਾਂਗਾ। ਕਹਿੰਦਾ ਇੱਕ ਦਿਨ ਫਿਰ ਇਸ ਤਰ੍ਹਾਂ ਹੋਇਆ ਕਿ ਅੰਮਾ ਮੇਰੀ ਜਿਹੜੀ ਹੈ ਮੇਰੇ ਯਾਰ ਕੋਲ ਗਈ। ਕਹਿੰਦੇ ਉੱਥੇ ਹੱਥ ਬੰਨ੍ਹ ਕਹਿੰਦੀ ਹੈ ਪੁੱਤਰ ਮੇਰੇ ਪੁੱਤਰ ਦਾ ਕੋਈ ਪਤਾ ਹੀ ਕਿੱਥੇ ਹੈ? ਕਹਿੰਦਾ ਹਾਲਾ ਮੈਨੂੰ ਪਤਾ, ਕਿਉਂ ਨਹੀਂ ਪਤਾ ਪੁੱਤਰ, ਇੱਕ ਵਾਰੀ ਉਹਨੂੰ ਬੁਲਾ ਤੇ ਸਹੀ, ਮੈਂ ਉਹਨੂੰ ਮਿਲਣਾ ਚਾਹੁੰਦੀ ਹਾਂ। ਕਹਿੰਦਾ ਨਹੀਂ ਹਾਲਾ ਇਸ ਵਾਰੀ ਮੈਂ ਤੁਹਾਨੂੰ ਉਹਦੇ ਕੋਲ ਲੈ ਕੇ ਜਾਵਾਂਗਾ, ਉਹ ਇੱਥੇ ਨਹੀਂ ਆਵੇਗਾ। ਇਹ ਕਿਉਂ, ਉਹ ਕਿੱਥੇ ਆ? ਨਹੀਂ ਹਾਲਾ ਤੂੰ ਚੱਲ ਤੇ ਸਹੀ ਮੇਰੇ ਨਾਲ। ਕਹਿੰਦਾ ਮੈਂ ਆਖਿਆ ਤੂੰ ਗੱਡੀ ਕਰਾ ਕੇ ਮੇਰੀ ਅੰਮਾ ਨੂੰ ਲੈ ਕੇ ਆਵੀਂ। ਕਹਿੰਦਾ ਇਸ ਤਰ੍ਹਾਂ ਉਹਨੇ ਕਾਰ ਕਰਾਈ, ਕਾਰ 'ਚ ਬਿਠਾਇਆ। ਕਹਿੰਦੇ ਅੰਮਾ ਵੀ ਹੈਰਾਨ ਹੋ ਗਈ ਕਿ ਇਸ ਤਰ੍ਹਾਂ ਗੱਡੀ ਦਾ ਕਿਰਾਇਆ ਕੌਣ ਦੇ? ਉਹਨੇ ਕਿਹਾ ਹਾਲਾ ਤੂੰ ਫਿਕਰ ਨਾ ਕਰ, ਤੂੰ ਚੱਲ ਮੇਰੇ ਨਾਲ। ਕਹਿੰਦਾ ਜਿਸਲੇ ਉੱਥੇ ਪਹੁੰਚੇ, ਕਹਿੰਦਾ ਜਿਉਂ ਹੀ ਪਹੁੰਚੇ ਤੇ ਅੱਗੋਂ ਕਾਫੀ ਬੰਦੇ ਉੱਥੇ ਮੈਨੂੰ ਜਾਣਦੇ ਸੀ, ਅੱਗੇ ਪਿੱਛੇ ਦੁਕਾਨਾਂ ਵਾਲੇ। ਕਹਿੰਦਾ ਮੈਂ ਹੁਣ ਕਾਫੀ ਸੈੱਟ ਹੋ ਗਿਆ ਸਾ ਉੱਥੇ। ਕਹਿੰਦਾ ਜਿਹੜਾ ਆਉਂਦਾ ਸੀ ਆ ਜੀ ਉਹਦੀ ਅੰਮਾ ਹੈ, ਉਹਦੀ ਅੰਮਾ ਹੈ। ਕਹਿੰਦਾ ਸਾਰੇ ਜਿਹੜਾ ਬੜੀ ਇੱਜ਼ਤ ਕੀਤੀ ਉਹਨਾਂ। ਕਹਿੰਦਾ ਇੱਕ ਸਾਈਡ ਤੇ ਜਿਹੜਾ ਦਫ਼ਤਰ ਬਣਿਆ ਸੀ ਉੱਥੇ ਬਿਠਾ ਕੇ ਚਾਹ ਸ਼ਾਹ ਲਿਆਂਦੀ ਉਹਨੇ, ਬੋਤਲ ਸ਼ੋਤਲ ਲਿਆਂਦੀ ਉਹਨੇ। ਕਹਿੰਦਾ ਇਸ ਵੇਲੇ ਅੰਮਾ ਮੇਰੀ ਬੜੀ ਖੁਸ਼ ਹੋਈ। ਕਹਿੰਦਾ ਇਸ ਵੇਲੇ ਮੈਂ ਆਇਆ ਤੇ 5-7 ਬੰਦੇ ਮੇਰੇ ਨਾਲ ਉੱਥੇ। ਕਹਿੰਦਾ ਅੰਮਾ ਮੇਰੀ ਤਾਕੇ ਤੇ ਮੈਨੂੰ ਕੁੱਟ ਕੇ ਕਲਾਵਾ ਮਾਲੂ ਤੇ ਜ਼ੋਰ ਜ਼ੋਰ ਦਾ ਰੋਣ ਲੱਗ ਪਈ। ਕਹਿੰਦਾ ਮੈਂ ਆਪਣੀ ਅੰਮਾ ਦੇ ਹੱਥ 'ਚ ਮੈਂ ਕਿਹਾ ਅੰਮਾ ਜੀ ਕੀ ਗੱਲ ਬਣ ਗਈ ਹੈ? ਇਹ ਪੁੱਤਰ ਤੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਬਣੀ ਹੈ? ਅੰਮਾ ਜੀ ਦੱਸੋ ਤੇ ਸਹੀ। ਇਹ ਤੇਰਾ ਭਰਾ ਮੇਰਾ ਜ਼ੇਵਰ ਵੀ ਲੈ ਗਿਆ, ਜਿਹੜੇ ਮੇਰੇ ਬੈਂਕ 'ਚ ਪੈਸੇ ਸੀ ਉਹ ਵੀ ਲੈ ਗਿਆ, ਮੇਰੇ ਕੋਲ ਤੇ ਕੋਈ ਸ਼ੈ ਨਹੀਂ ਉਹਨੇ ਛੱਡੀ, ਆਪਣੀ ਜਨਾਨੀ ਵੀ ਲੈ ਗਿਆ। ਪਹਿਲਾ ਸਾਲ ਸਾਰਾ ਤੇ ਉਹ ਮੈਨੂੰ ਪੈਸੇ ਸ਼ੈਸੇ ਦਿੰਦਾ ਰਿਹਾ, ਲੇਕਿਨ ਸਾਲ ਬਾਅਦ ਜਿਹੜਾ ਉਹ ਮੈਨੂੰ ਬਿਲਕੁਲ ਫੋਨ ਵੀ ਕਰਨਾ ਛੱਡ ਗਿਆ ਤੇ ਆਂਦਾ ਕਿ ਆਪਣੇ ਪੁੱਤਰ ਨਾਲ ਗੱਲ ਕਰੋ ਦੂਸਰੇ ਨਾਲ, ਉਹ ਵੀ ਤੁਹਾਡਾ ਪੁੱਤਰ ਹੀ ਹੈ ਨਾ, ਮੇਰਾ ਤੇ ਇੱਥੇ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਪਿਆ ਹੁੰਦਾ ਤੇ ਇਸ ਵਾਸਤੇ ਪੁੱਤਰ ਮੈਂ ਤੇ ਡਾਕਟਰ ਕੋਲ ਵੀ ਨਹੀਂ ਜਾਂਦੀ। ਉਹਨੇ ਆਖਿਆ ਅੰਮਾ ਜੀ ਫਿਕਰ ਨਾ ਕਰੋ, ਤੁਸੀਂ ਆਓ ਤੇ ਸਹੀ ਮੇਰੇ ਨਾਲ। ਕਹਿੰਦਾ ਜਿਸ ਵੇਲੇ ਮੈਂ ਅੰਮਾ ਨਾਲ ਖੜਿਆ ਆਪਣੇ ਫਲੈਟ ਵਿੱਚ, ਕਹਿੰਦਾ ਅੰਮਾ ਦੀ ਤਾਕੇ ਪਰੇਸ਼ਾਨ ਹੋ ਗਏ। ਇਤਨਾ ਵੱਡਾ ਫਲੈਟ ਸੋਹਣਾ, ਕਹਿੰਦਾ ਸੋਫੇ ਬੈੱਡ ਹਰ ਸ਼ੈ ਲੱਗੀ ਸੀ ਉੱਥੇ। ਕਹਿੰਦਾ ਮੈਂ ਇਤਨਾ ਕੁ ਕਮਾ ਲਿਆ ਸੀ ਕਿ ਅੰਮਾ ਦੀ ਤਾਕੇ ਹੋਸ਼ ਹੈ। ਕਹਿੰਦਾ ਪੁੱਤਰ ਇਹ ਕਿਸੇ ਦੀ? ਕਹਿੰਦਾ ਮੈਂ ਕਿਹਾ ਨਾ ਅੰਮਾ ਜੀ ਇਹ ਤੁਹਾਡੇ ਪੁੱਤਰ ਦਾ, ਇਹ 3-4 ਸਾਲਾਂ ਜੋ ਮੈਂ ਤਰੱਕੀ ਕੀਤੀ ਹੈ ਇੱਥੋਂ ਹੀ ਕੀਤੀ ਹੈ। ਕਹਿੰਦਾ ਅੰਮਾ ਜੀ ਕਹਿੰਦੇ ਪੁੱਤਰ ਕੋਈ ਗਲਤ ਕੰਮ ਤੇ ਨਹੀਂ ਕਰਦਾ? ਕਹਿੰਦਾ ਮੈਂ ਕਿਹਾ ਅੰਮਾ ਜੀ ਗਲਤ ਕਿਉਂ ਕਰਨਾ, ਮੈਂ ਜੋ ਵੀ ਆਪਣਾ ਕਮਾਇਆ ਹੱਕ ਲਾਲ ਦਾ ਕਮਾਇਆ, ਤਾਂ ਹੀ ਅੱਲਾ ਨੇ ਬਰਕਤ ਪਾਈ ਹੈ। ਕਹਿੰਦਾ ਬਹਰਹਾਲ ਇਸ ਤਰ੍ਹਾਂ ਹੀ ਕਰਕੇ ਚੱਲਦਾ ਰਿਹਾ ਮੇਰਾ ਸਿਲਸਿਲਾ। ਅੰਮਾ ਜੀ ਮੇਰੇ ਕੋਲ ਰਹਿਣ ਲੱਗ ਪਏ। ਕਹਿੰਦਾ ਚੰਗੇ ਡਾਕਟਰ ਨੂੰ ਮੈਂ ਚੈੱਕ ਕਰਾਉਂਦਾ ਰਿਹਾ।
ਕਹਿੰਦਾ ਭਰਾ ਨੂੰ ਮੇਰੇ ਨੂੰ ਪਤਾ ਲੱਗਾ ਕਿ ਮੈਂ ਸੈੱਟ ਹੋ ਗਿਆ ਕਿ ਹੁਣ ਚੰਗੇ ਪੈਸੇ ਕਮਾਉਂਦਾ। ਕਹਿੰਦਾ ਉਹਦੇ ਨਾਲ ਮੇਰੇ WhatsApp ਤੇ ਮੈਸੇਜ ਆਉਣੇ ਸ਼ੁਰੂ ਹੋ ਗਏ। ਕਹਿੰਦਾ ਜੀ ਅੰਮਾ ਨਾਲ ਗੱਲ ਕਰਾ, ਅੰਮਾ ਨਾਲ ਗੱਲ ਕਰਾ। ਕਹਿੰਦਾ ਮੈਂ ਇਸੇ ਅੰਮਾ ਨਾਲ ਗੱਲ ਕਰਾਈ। ਅੰਮਾ ਕਹਿੰਦਾ ਦਫਾ ਹੋ ਪੁੱਤਰ, ਤੂੰ ਮੇਰੇ ਵਾਸਤੇ ਮਰ ਗਏ, ਤੂੰ ਨਹੀਂ ਮੇਰਾ ਪੁੱਤਰ ਹੈ। ਵੀ ਪੁੱਤਰ ਅਸਲ ਮੇਰਾ ਇਹ ਹੀ ਹੈ ਜਿਹੜਾ ਮੈਂ ਤੇਰੀਆਂ ਗੱਲਾਂ 'ਚ ਆ ਕੇ ਤੇ ਇਹਨੂੰ ਜਿਹੜਾ ਮੈਂ ਇਹਦੀ ਕਦਰ ਨਹੀਂ ਕੀਤੀ। ਕਹਿੰਦਾ ਮੇਰੇ ਸਾਹਮਣੇ ਅੰਮਾ ਬਹਿ ਕੇ ਇਹ ਗੱਲ ਪੀ ਆਂਦੀ। ਕਹਿੰਦਾ ਉਹ ਮੈਨੂੰ ਆਦਾ ਕਿ ਮਾਫੀ ਦੇ ਦੇ ਮੈਨੂੰ, ਇਸ ਤਰ੍ਹਾਂ ਜਿਹੜਾ ਨਾ ਮੈਂ ਗਲਤੀ ਕਰ ਬੈਠਾ। ਕਹਿੰਦਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਅਸੀਂ ਭਰਾ ਵਾਂ। ਕਹਿੰਦਾ ਅੱਗੋਂ ਮੈਨੂੰ ਆਂਦਾ ਕਿ ਮੈਨੂੰ ਕੋਈ ਪੈਸਿਆਂ ਦੀ ਲੋੜ ਹੈ ਤੇ ਤੂੰ ਮਿਹਰਬਾਨੀ ਕਰ ਮੈਨੂੰ ਕੋਈ ਪੈਸੇ ਟੋਰ। ਕਹਿੰਦਾ ਮੈਂ ਕਿਹਾ ਪੈਸੇ ਤੈਨੂੰ ਕਿੱਥੋਂ ਟੋਰਾਂ, ਮੇਰੇ ਕੋਲ ਪੈਸੇ ਕਿੱਥੋਂ ਐਨੇ ਹੀ ਨਹੀਂ, ਮੈਂ ਬੜਾ ਫਸਿਆ, ਮੇਰੀ ਦੁਕਾਨ ਹੈ, ਇਸ ਤਰ੍ਹਾਂ ਦੁਕਾਨ ਮੇਰੀ ਬੰਦ ਹੋਣ ਤੇ ਆਈ ਹੈ, ਮੇਰੇ ਕੋਲ ਕਿਰਾਏ ਨਹੀਂ ਦੇਣ ਹੁੰਦੇ ਪਏ, ਤੂੰ ਮਿਹਰਬਾਨੀ ਕਰ ਮੈਨੂੰ ਕੋਈ ਪੈਸੇ ਟੋਰ, ਮੈਂ ਤੈਨੂੰ ਦੇ ਦਿਆਂ। ਕਹਿੰਦਾ ਮੈਂ ਦੱਸ ਕਿੰਨੇ ਪੈਸੇ ਚਾਹੀਦੇ ਨਹੀਂ। ਕਹਿੰਦਾ ਉਹਨੇ ਦੱਸਿਆ ਤਕਰੀਬਨ ਪਾਕਿਸਤਾਨੀ 1.5 ਕਰੋੜ ਰੁਪਈਆ। ਕਹਿੰਦਾ ਮੈਂ ਕਿਹਾ ਤੈਨੂੰ ਲੱਭ ਜਾਏਗਾ, ਟੈਨਸ਼ਨ ਨਾ ਲੈ ਤੂੰ। ਕਹਿੰਦਾ ਮੈਂ ਉੱਥੋਂ ਕਿਸੇ ਬੰਦੇ ਨਾਲ ਗੱਲ ਕੀਤੀ, ਪੈਸੇ ਨੂੰ ਉੱਥੋਂ ਦਵਾਏ। ਕਹਿੰਦਾ ਪੈਸੇ ਦਵਾ ਕੇ ਕਹਿੰਦਾ ਮੈਨੂੰ ਕਹਿੰਦਾ ਮੈਂ ਤੇਰੇ ਥੋੜ੍ਹੇ ਥੋੜ੍ਹੇ ਕਰਕੇ ਮੈਂ ਕਿਹਾ ਤੂੰ ਰਹਿਣ ਦੇ, ਮੈਨੂੰ ਨਹੀਂ ਤੇਰੇ ਪੈਸੇ ਚਾਹੀਦੇ, ਪੈਸੇ ਜਿਹੜੇ ਨੇ ਉਹ ਮੈਂ ਤੈਨੂੰ ਮਾਫ ਕੀਤੇ, ਤੂੰ ਜਿਹੜਾ ਆਪਣਾ ਕਾਰੋਬਾਰ ਕਰ ਲੇਕਿਨ ਮਿਹਰਬਾਨੀ ਕਰਕੇ ਮੈਨੂੰ ਮਜ਼ੀਦ ਤੰਗ ਨਾ ਕਰੀ। ਕਹਿੰਦਾ ਉਹਨੇ ਮੈਨੂੰ ਤੰਗ ਨਹੀਂ ਕੀਤਾ, ਲੇਕਿਨ ਇਹ ਮੈਨੂੰ ਪਤਾ ਲੱਗਦਾ ਕਿ ਉਹਦੇ ਹਾਲਾਤ ਠੀਕ ਨਹੀਂ ਹੈ। ਲੇਕਿਨ ਕਹਿੰਦਾ ਮੈਂ ਜਿਹੜਾ ਆਪਣੀ ਜਗ੍ਹਾ ਖੁਸ਼ ਹਾਂ, ਆਪਣੀ ਮਾਂ ਨਾਲ ਹਾਂ। ਲੇਕਿਨ ਕਹਿੰਦਾ ਮੈਨੂੰ ਪਹਿਲਾਂ ਦੁੱਖ ਹੋਇਆ ਕਿ ਮੇਰੀ ਅੰਮਾ ਨੇ ਮੈਨੂੰ ਘਰੋਂ ਕੱਢ ਦਿੱਤਾ। ਲੇਕਿਨ ਕਹਿੰਦਾ ਬਸ ਜੋ ਰੱਬ ਦੀ ਰਜ਼ਾ ਹੈ, ਅੰਮਾ ਨਾ ਕੱਢਦੀ ਤੇ ਅੱਜ ਮੈਂ ਇਸ ਮੁਕਾਮ ਤੇ ਨਾ ਪਹੁੰਚਦਾ। ਕਹਿੰਦਾ ਕਦੇ ਕਦੇ ਮਾਵਾਂ ਧੱਕੇ ਦੇ ਕੇ ਕੱਢਦੀਆਂ ਨੇ, ਲੇਕਿਨ ਉਹਦੇ ਪਿੱਛੇ ਵੀ ਹੋ ਸਕਦਾ ਦੁਆ ਹੀ ਹੋਵੇ। ਲੇਕਿਨ ਇਸ ਤਰ੍ਹਾਂ ਵੀ ਹੋ ਜਾਂਦਾ ਕਿ ਭਰਾ ਜਿਹੜੇ ਵੱਡੇ ਹੁੰਦੇ ਨੇ ਕਈ ਵਾਰੀ ਜ਼ਿਆਦਤੀ ਕਰ ਜਾਂਦੇ ਨੇ।